ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਜੋ ਡਿਬੇਟ ਕੱਲ ਹੋਈ ਹੈ ਤੇ ਜਿਹੜੀ ਡਿਬੇਟ ਅੱਜ ਹੋਣ ਵਾਲੀ ਹੈ ਉਸ ਦੇ ਉੱਪਰ ਵੀ ਗੱਲ ਕਰਾਂਗੇ। ਇਸ ਦੇ ਨਾਲ ਹੀ ਹੋਰ ਜਿਹੜੇ ਕੈਨੇਡਾ ਦੇ ਵਿੱਚ ਮੁੱਖ ਮੁੱਦੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਅਸੀਂ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਤੋਂ ਹਾਸਿਲ ਕਰਾਂਗੇ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। बहुत बहुत धन्यवाद इंद्रप्रीत जी। ਜੀ। ਸਭ ਤੋਂ ਪਹਿਲਾਂ ਗੱਲ ਮਨਦੀਪ ਜੀ ਅਸੀਂ ਡਿਬੇਟ ਦੀ ਕਰ ਲੈਂਦੇ ਆ। ਜੋ ਕੱਲ ਫ੍ਰੈਂਚ ਭਾਸ਼ਾ ਦੇ ਵਿੱਚ ਡਿਬੇਟ ਹੋਈ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? बिल्कुल दो डिबेट्स हुण तक हो चुकियां ने फ्रेंच भाषा विच और इस वक्त जिहड़ी कि सब तो वध टारगेट क्योंकि ये डिबेट जिहड़ियां हुंदियां फ्रेंच दे विच खास करके जिहड़ा क्यूबक दा इलाका है, क्यूबक सूबा है, ते जिथे इत्थे ज़्यादा फ्रेंच लोग रहिंदे ने उस खेतर नूं वध प्रभावित करदियां ने ते कल दे वध मुद्दे भी उसे खेतर नूं लैके जिहड़े सी ओह छेड़े गए। हालांकि मुद्दे जिहड़े आ फैडरल भी हैगे आ क्योंकि प्रूफ ऑफ वैक्सीनेशन की जिहड़ी ओह गल होई और इस तो इलावा जिहड़ी आ होर गन वायलेंस जिहड़ी सी ओहदी गल होई और जिहड़ियां चोणां इस समय करवाईਆਂ गईਆਂ उस मुद्दे उत्ते जस्टिन टूडो नूं घेरिया गया। सो होर बहुत सारे मुद्दों उत्ते गल हुई पर एक समा इहो जिहा भी आया सीगा जिथे जस्टिन टूडो एक बारी बहुत गुस्से च आ गया सी क्योंकि ਜਿਹੜੇ ਬਲੌਕ ਕਿਊਬਕ ਦੇ ਲੀਡਰ ਸੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਸਟਿਨ ਟੂਡੋ ਜਿਹੜੇ ਆ ਉਹ ਕਿਊਬਕ ਦੇ ਨਹੀਂ ਆ। ਸੋ ਇਸ ਗੱਲ ਉੱਤੇ ਜਸਟਿਨ ਟੂਡੋ ਨੂੰ ਕਾਫੀ ਗੁੱਸਾ ਵੀ ਆ ਗਿਆ। ਸੋ ਇਸ ਵਕਤ ਦਰਸ਼ਕ ਸਕਰੀਨ ਤੇ ਦੇਖ ਵੀ ਸਕਦੇ ਨੇ ਕਿ ਕਿੰਨੇ ਗੁੱਸੇ ਨਾਲ ਜਸਟਿਨ ਟੂਡੋ ਜਿਹੜਾ ਸੀ ਉਹ ਇਹ ਜਵਾਬ ਦੇ ਰਿਹਾ ਸੀ ਕਿ ਉਹ ਕਿਊਬਕ ਦੇ ਹੈਗੇ ਨੇ, ਕਿਊਬਕ ਦੇ ਰਹਿਣਗੇ ਤੇ ਕਿਊਬਕ ਲਈ ਜਿਹੜਾ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ। ਸੋ ਇਸ ਤੇ ਜਦੋਂ ਫਿਰ गर्म हो गए जस्टिन टूडो तो फिर थोड़ा जिहा रिलैक्स करने की कोशिश भी की लीडर ने पर जस्टिन टूडो ने पूरे गुस्से च अपना जवाब दिता। उसका कारण यह है कि क्यूबक के 78 सीटां ने बहुत रोल अदा करदियां ने और उत्थे जिहड़ी सीधी टक्कर आ वो भी जस्टिन टूडो होना दी लिबरल पार्टी ਅਤੇ ਬਲੌਕ ਕਿਊਬਕ ਦੇ ਨਾਲ ਆ। ਕੰਜ਼ਰਵੇਟਿਵ ਤੇ ਐਨਡੀਪੀ ਉੱਥੇ ਥੋੜਾ ਪਿੱਛੇ ਨਜ਼ਰ ਆਉਂਦੇ ਨੇ ਕਿਊਬਕ ਦੇ ਵਿੱਚ ਤੇ ਸਿੱਧੀ ਟੱਕਰ ਜਿਹੜੀ ਇਹਨਾਂ ਦੋਨਾਂ ਪਾਰਟੀਆਂ 'ਚ ਹੁੰਦੀ ਆ। ਪਿਛਲੀ ਵਾਰ 32 ਸੀਟਾਂ ਜਿਹੜੀਆਂ ਸੀਗੀਆਂ ਉਹ ਬਲੌਕ ਕਿਊਬਕ ਦੇ ਵਿੱਚੋਂ ਜਿਹੜੀਆਂ ਸੀ ਬਲੌਕ ਕਿਊਬਕ ਪਾਰਟੀ ਜਿੱਤੀਆਂ ਸੀ ਕਿਊਬਕ ਦੀਆਂ ਤੇ 36 ਸੀਟਾਂ ਦੇ ਆਸ-ਪਾਸ ਜਿਹੜੀ ਲਿਬਰਲ ਪਾਰਟੀ ਸੀ ਫਸਵੀਂ ਟੱਕਰ ਸੀ। ਸੋ ਇਸ ਵਾਰ ਵੀ ਫਸਵੀਂ ਟੱਕਰ ਇਹਨਾਂ ਦੋਨਾਂ ਪਾਰਟੀਆਂ 'ਚ ਜਿਹੜੀ ਉਹ ਦੇਖੀ ਜਾ ਰਹੀ ਆ। ਲਿਬਰਲ ਥੋੜੀ ਲੀਡ ਕਰ ਰਹੀ ਆ। ਸੋ ਇਸ ਕਰਕੇ ਜਿਹੜੀ ਕੱਲ ਦੀ ਡਿਬੇਟ ਸੀਗੀ ਉਹ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕੋਈ ਇਦਾਂ ਦੀ ਤਾਂ ਨਹੀਂ ਸੀ ਵੀ ਜਿਹੜੀ ਪੂਰੀ ਬਾਜ਼ੀ ਜਿਹੜੀ ਉਹ ਪਲਟ ਦੇਵੇ, ਕੋਈ ਨੌਕਆਊਟ ਜਿਹੜਾ ਹੁੰਦਾ ਆ ਜਿਹਨੂੰ ਰਾਉਂਡ ਕਿਹਾ ਜਾਂਦਾ ਕੋਈ ਇਸ ਤਰੀਕੇ ਦਾ ਨਹੀਂ ਸੀ। ਪਰ ਫਿਰ ਵੀ ਕੱਲ ਦੀ ਡਿਬੇਟ ਜਿਹੜੀ ਸੀ ਉਹਨੇ ਜਿਹੜਾ ਸੀ ਲੀਡਰ ਕਾਫੀ ਸੰਭਲ ਕੇ ਬੋਲਦੇ ਜਿਹੜੇ ਨਜ਼ਰ ਆਏ ਔਰ ਉਹਨੇ ਬਹੁਤਾ ਹੱਲੇ ਤੱਕ ਅਸਰ ਕਿਉਂਕਿ ਹੱਲੇ ਅੱਜ ਕੱਲ ਸ਼ਾਮ ਇਹ ਦੇਰ ਸ਼ਾਮ ਡਿਬੇਟ ਖਤਮ ਹੋਈ ਆ ਤੇ ਅੱਜ ਮਗਰੇ ਉਹਦੀ ਦੂਜੀ ਡਿਬੇਟ ਹੋਣੀ ਆ। ਸੋ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੰਤੁਲਿਤ ਡਿਬੇਟ ਸੀ, 2 ਘੰਟੇ ਤੱਕ ਚੱਲੀ ਪਰ ਕੋਈ ਵੀ ਇਦਾਂ ਦਾ ਕੋਈ ਬਹੁਤ ਵੱਡਾ ਪਲਟਵਾਂ ਜਿਹੜਾ ਵਾ ਕੋਈ ਮੌਕਾ ਨਹੀਂ ਆਇਆ ਕਿ ਇਸ ਡਿਬੇਟ ਦੇ ਵਿੱਚ ਕਿਸੇ ਇੱਕ ਲੀਡਰ ਨੂੰ ਬਹੁਤ ਜ਼ਿਆਦਾ ਉਭਾਰ ਦਿੱਤਾ ਹੋਵੇ ਜਾਂ ਕਿਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਵੇ। ਸੋ ਇਸ ਕਰਕੇ ਜਿਹੜੀ ਸੀ ਡਿਬੇਟ ਸੀ ਲਗਭਗ ਸੰਤੁਲਿਤ ਰਹੀ ਜੀ। ਪਰ ਇਹਨਾਂ ਲੀਡਰਾਂ ਵੱਲੋਂ ਕਿਹੜੇ ਮੁੱਖ ਮੁੱਦੇ ਜਿਹੜੇ ਨੇ ਉਹ ਚੁੱਕੇ ਗਏ ਨੇ, ਕਿਹੜੀਆਂ ਜਿਹੜੇ ਮੁੱਦਿਆਂ ਦੇ ਉੱਪਰ ਖਾਸ ਤੌਰ ਦੇ ਉੱਪਰ ਜ਼ਿਕਰ ਇਹਨਾਂ ਲੀਡਰਾਂ ਦੇ ਵੱਲੋਂ ਕੀਤਾ ਗਿਆ ਹੈ? ਜੀ ਬਿਲਕੁਲ ਕਿਉਂਕਿ ਇਸ ਡਿਬੇਟ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਸੀ ਉਹ ਪੱਤਰਕਾਰਾਂ ਵੱਲੋਂ ਵੀ ਪੁੱਛੇ ਗਏ, ਕੁਝ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ। ਉਹਨਾਂ ਨੇ ਆਪੋ ਆਪਣੇ ਸਰੋਕਾਰਾਂ ਨਾਲ ਜੁੜੇ ਹੋਏ ਸਵਾਲ ਵੀ ਪੁੱਛੇ ਔਰ ਜੇਕਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਕਿਊਬਕ ਨਾਲ ਜੁੜੇ ਹੋਏ ਕਾਫੀ ਸਵਾਲ ਸੀਗੇ। ਹੈਲਥ ਕੇਅਰ ਦੇ ਨਾਲ ਜਿਹੜਾ ਵਾ ਕਿੰਨੀ ਕੁ ਫੰਡਿੰਗ ਜਿਹੜੀ ਆ ਉਹ ਕਿਊਬਕ ਨੂੰ ਦਿੱਤੀ ਜਾਵੇਗੀ, ਕਿਸ ਤਰੀਕੇ ਨਾਲ ਉਸ ਉੱਤੇ ਸਵਾਲ ਹੋਏ। ਇਸ ਤੋਂ ਇਲਾਵਾ ਇਹ ਵੀ ਮੁੱਦਾ ਉੱਠਿਆ ਕਿ ਪ੍ਰੂਫ ਆਫ ਵੈਕਸੀਨੇਸ਼ਨ ਦੇ ਵਿੱਚ ਤੇ ਕਿਹੜੇ ਲੀਡਰ ਹੱਕ 'ਚ ਆ ਕਿਹੜੇ ਵਿਰੋਧ ਵਿੱਚ ਆ। ਸਰਬ ਜਿਹੜੀ ਸਕੀਮ ਚੱਲੀ ਸੀ ਜਿਹੜੇ ਲੋਕ ਜਿਨ੍ਹਾਂ ਦੀਆਂ ਨੌਕਰੀਆਂ ਗਈਆਂ $2,000 ਜਿਹੜਾ ਸੀ ਉਹ ਲੋਕਾਂ ਨੂੰ ਘਰੇ ਬਿਠਾ ਆ ਰਿਹਾ ਸੀ ਔਰ ਇਸ ਮੁੱਦੇ ਉੱਤੇ ਚਰਚਾ ਹੋਈ। ਕੁਝ ਪਾਰਟੀਆਂ ਵੱਲੋਂ ਇਹ ਸੀਗਾ ਕਿ ਅਸੀਂ ਇਹਨੂੰ ਹੌਲੀ-ਹੌਲੀ ਘਟਾ ਦੇਵਾਂਗੇ ਕਿਉਂਕਿ ਲੇਬਰ ਦੀ ਕਮੀ ਵੀ ਇਸ ਕਰਕੇ ਆ ਰਹੀ ਆ, ਜਦਕਿ ਜਸਟਿਨ ਟੂਡੋ ਹੁਣੀ ਕਹਿ ਰਿਹਾ ਕਿ ਹਾਲੇ ਅਸੀਂ ਇਹਨੂੰ ਫਿਲਹਾਲ ਚੱਲਦਾ ਰੱਖਾਂਗੇ, ਜਦਕਿ ਉਹ ਇਹ ਵੀ ਕਹਿ ਰਹੇ ਸੀਗੇ ਇਸ ਤੋਂ ਪਹਿਲਾਂ ਕਿ ਅਕਤੂਬਰ ਤੱਕ ਅਸੀਂ ਇਹਨੂੰ ਚਲਾਵਾਂਗੇ। ਔਰ ਇਸ ਤੋਂ ਇਲਾਵਾ ਐਨਡੀਪੀ ਵੱਲੋਂ ਜਿਹੜਾ ਸੀ ਲਗਾਤਾਰ ਇਸੇ ਮੁੱਦੇ ਉੱਤੇ ਜ਼ਿਆਦਾ ਘੇਰਿਆ ਜਾ ਰਿਹਾ ਸੀ ਜਗਮੀਤ ਸਿੰਘ ਹੋਣਾ ਵੱਲੋਂ ਕਿ ਜਿਹੜੀਆਂ ਇਹ ਇਲੈਕਸ਼ਨ ਆ ਹੱਲੇ ਨਹੀਂ ਹੋਣੀਆਂ ਚਾਹੀਦੀਆਂ ਸੀ ਔਰ ਇੱਕ ਵਾਰ ਤਾਂ ਉਹਨਾਂ ਨੇ ਜਸਟਿਨ ਟੂਡੋ ਹੋਣਾ ਨੂੰ ਸ਼ੁਰੂਆਤ ਦੇ ਵਿੱਚ ਹੀ ਸੈਲਫਿਸ਼ ਕਹਿ ਦਿੱਤਾ ਸੀ, ਮਤਲਬ ਵੀ ਕਹਿਤਾ ਸੀ ਕਿ ਸਿਰਫ ਮੈਜੋਰਟੀ ਹਾਸਲ ਕਰਨ ਦੇ ਵਾਸਤੇ ਹੀ ਇਹ ਜਿਹੜੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਇਸ ਮੁੱਦੇ ਉੱਤੇ ਡਿਫੈਂਡ ਕਰਦੇ ਵੀ ਨਜ਼ਰ ਆਏ ਜਸਟਿਨ ਟੂਡੋ, ਜਿਵੇਂ ਕਿ ਲਿਬਰਲ ਪਾਰਟੀ ਥਾਂ-ਥਾਂ ਤੇ ਕਹਿ ਰਹੀ ਆ ਕਿ ਉਹਨਾਂ ਨੂੰ ਮੈਜੋਰਟੀ ਚਾਹੀਦੀ ਸੀ ਵੱਡੇ ਫੈਸਲਿਆਂ ਕਰਕੇ ਕਿਉਂਕਿ ਜਿਹੜੀ ਸਮਰਥਨ ਮਿਲ ਰਿਹਾ ਸੀ ਪਾਰਲੀਮੈਂਟ ਦੇ ਵਿੱਚ
ਐਨਡੀਪੀ ਜਦੋਂ ਸਮਰਥਨ ਦਿੰਦੀ ਸੀ ਤਾਂ ਉਹ ਕਹਿੰਦੇ ਵੀ ਨੈਗੋਸ਼ੀਏਸ਼ਨ ਜਿਹੜੀ ਆ ਬਹੁਤ ਤਿੱਖੀ ਹੁੰਦੀ ਸੀ, ਕੁਝ ਨਾ ਕੁਝ ਸਾਨੂੰ ਨੈਗੋਸ਼ੀਏਟ ਕਰਨਾ ਪੈਂਦਾ ਸੀਗਾ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਅਸੀਂ ਰਿਕਵਰੀ ਕਰੀਏ। ਜਸਟਿਨ ਟਰੂਡੋ ਕਹਿੰਦੇ ਆ ਕਿ ਸਾਨੂੰ ਪਤਾ ਹੈ ਕਿ ਹਾਲੇ ਜਿਹੜੀ ਉਹ ਪੈਂਡੇਮਿਕ ਚੱਲ ਰਹੀ ਆ, ਪਰ ਸਾਨੂੰ ਇੱਥੇ ਮੈਜੋਰਟੀ ਚਾਹੀਦੀ ਆ। ਪਰ ਵਿਰੋਧੀ ਪਾਰਟੀ ਵਾਲਿਆਂ ਨੇ ਇਹ ਕਿਹਾ ਕਿ ਮੈਜੋਰਟੀ ਨਾਲ ਇੱਥੇ ਮਸਲੇ ਹੱਲ ਨਹੀਂ ਹੋਣੇ, ਤੁਸੀਂ ਸਰਕਾਰ ਚਲਾ ਸਕਦੇ ਸੀ। ਇਸ ਮੌਕੇ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਆ। ਸੋ ਇਸ ਤਰੀਕੇ ਨਾਲ ਸਭ ਤੋਂ ਵੱਧ ਜੇਕਰ ਕਿਸੇ ਮੁੱਦੇ ਤੇ ਚਰਚਾ ਹੋਈ ਆ ਤਾਂ ਮੈਂ ਸਮਝਦਾ ਕਿ ਇਸ ਉੱਤੇ ਹੋਈ ਆ ਕਿ ਇਹ ਸਵਾਲ ਕੀਤਾ ਜਾ ਰਿਹਾ ਸੀ। ਐਨਡੀਪੀ ਨੇ ਜ਼ਿਆਦਾ ਇਸ ਮੁੱਦੇ ਤੇ ਘੇਰਿਆ ਕਿ ਇਲੈਕਸ਼ਨ ਹੱਲੇ ਨਹੀਂ ਹੋਣੀਆਂ ਚਾਹੀਦੀਆਂ ਸੀ ਤੇ ਜਸਟਿਨ ਟਰੂਡੋ ਵਾਰ-ਵਾਰ ਇਸ ਉੱਤੇ ਸਫਾਈ ਦਿੰਦੇ ਨਜ਼ਰ ਆਏ ਅਤੇ ਮੈਜੋਰਟੀ ਦੀ ਜਿਹੜੀ ਮੰਗ ਹੈ ਉਹ ਕਰਦੇ ਨਜ਼ਰ ਆਏ। ਸੋ ਇਸ ਤਰੀਕੇ ਨਾਲ ਥੋੜੀ ਬਹੁਤੀ ਗਰਮਾਹਟ ਜ਼ਰੂਰ ਹੋਈ ਇਸ ਡਿਬੇਟ ਦੇ ਵਿੱਚ, ਪਰ ਮੁੱਦੇ ਤਕਰੀਬਨ ਜਿਹੜੇ ਆ ਉਹ ਸਾਰੇ ਇਸ ਦੇ ਵਿੱਚ ਜਿਹੜੇ ਉਹ ਵਿਚਾਰੇ ਗਏ। ਜੀ ਪਰ ਇਸ ਦੇ ਨਾਲ ਇਹ ਵੀ ਗੱਲ ਕਰਦੇ ਹਾਂ, ਅੱਜ ਜਿਹੜੀ ਡਿਬੇਟ ਹੋਣ ਜਾ ਰਹੀ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹ ਡਿਬੇਟ ਹੋਵੇਗੀ। ਇਹੀ 5 ਲੀਡਰ ਫਿਰ ਤੋਂ ਇੱਕ ਦੂਸਰੇ ਦੇ ਆਮੋ ਸਾਹਮਣੇ ਨਜ਼ਰ ਆਉਣਗੇ। ਸੋ ਇਸ ਦੇ ਵਿੱਚ ਕਿਹੜੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਚੁੱਕਿਆ ਜਾ ਸਕਦਾ ਹੈ, ਜਾਂ ਫਿਰ ਅੱਜ ਦੀ ਜਿਹੜੀ ਹੋਣ ਵਾਲੀ ਡਿਬੇਟ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਜਿਹੜੀਆਂ ਪਿਛਲੀਆਂ 2 ਡਿਬੇਟਸ ਹੋਈਆਂ ਸੀ, ਕਿਉਂਕਿ ਪਹਿਲਾਂ ਇੱਕ ਮੀਡੀਆ ਅਦਾਰੇ ਵੱਲੋਂ ਕਰਵਾਈ ਗਈ ਸੀ, ਉਹ ਵੀ ਫ੍ਰੈਂਚ ਵਿੱਚ ਹੋਈ, ਔਰ ਹਾਲਾਂਕਿ ਜਿਹੜੀ ਕੱਲ ਵੀ ਡਿਬੇਟ ਹੋਈ ਆ ਉਹਦਾ 6 ਹੋਰ ਭਾਸ਼ਾਵਾਂ ਦੇ ਵਿੱਚ ਜਿਹੜਾ ਸੀ ਉਹ ਅਨੁਵਾਦ ਨਾਲੋਂ ਨਾਲ ਕੀਤਾ ਜਾ ਰਿਹਾ ਸੀ, ਜਿਸ 'ਚ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵੀ ਜਿਹੜੀ ਉਹ ਸ਼ਾਮਲ ਸੀ। ਵੱਖ-ਵੱਖ ਚੈਨਲਸ ਉੱਤੇ ਉਹ ਡਿਬੇਟ ਦਿਖਾਈ ਗਈ, ਪਰ ਫਿਰ ਵੀ ਕਿਤੇ ਨਾ ਕਿਤੇ ਮੂਲ ਰੂਪ ਦੇ ਵਿੱਚ ਇਹ ਫ੍ਰੈਂਚ ਭਾਸ਼ਾ ਦੀ ਡਿਬੇਟ ਸੀ ਔਰ ਉਸ ਤਰ੍ਹਾਂ ਦੇ ਮੁੱਦੇ ਵੀ ਜਿਹੜਾ ਉਸੇ ਤਰੀਕੇ ਦੀ ਗੱਲਬਾਤ ਲੀਡਰਾਂ ਵੱਲੋਂ ਕੀਤੀ ਗਈ। ਪਰ ਫਿਰ ਵੀ ਚਾਹੇ ਅਨੁਵਾਦ ਹੋ ਰਿਹਾ ਸੀ, ਪਰ ਫਿਰ ਵੀ ਉਹ ਗੱਲ ਨਹੀਂ ਬਣਦੀ। ਮੂਲ ਰੂਪ ਵਿੱਚ ਜਿਹੜੀ ਭਾਸ਼ਾ 'ਚ ਡਿਬੇਟ ਹੋ ਰਹੀ ਸੀ, ਕਿਤੇ ਨਾ ਕਿਤੇ ਕੁਛ ਨਾ ਕੁਛ ਕਮਿਊਨੀਕੇਸ਼ਨ ਬੈਰੀਅਰ ਜ਼ਰੂਰ ਆਉਂਦੇ ਆ, ਕਿਤੇ ਨਾ ਕਿਤੇ ਕੁਝ ਚੀਜ਼ਾਂ ਖੁੰਝ ਵੀ ਜਾਂਦੀਆਂ ਨੇ ਜਦੋਂ ਟਰਾਂਸਲੇਟ ਹੁੰਦੀਆਂ ਨੇ। ਪਰ ਅੱਜ ਜਿਹੜੀ ਡਿਬੇਟ ਹੋਣੀ ਆ ਉਹ ਅੰਗਰੇਜ਼ੀ ਭਾਸ਼ਾ ਵਿੱਚ ਹੋਣੀ ਆ ਔਰ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਕੈਨੇਡਾ ਦੇ ਨਾਲ ਜੁੜੇ ਹੋਏ ਜਿਹੜੇ ਸਰੋਕਾਰਾਂ ਦੀ ਅੱਜ ਗੱਲ ਜਿਹੜੀ ਕੀਤੀ ਜਾਵੇਗੀ। ਹੋਈ ਕੱਲ ਵੀ ਆ, ਪਰ ਅਸੀਂ ਜਿਵੇਂ ਕਹਿ ਸਕਦੇ ਹਾਂ ਕਿ ਉਹਦਾ ਉਨਾ ਪ੍ਰਭਾਵ ਨਹੀਂ। ਹਾਲਾਂਕਿ ਵੱਖ-ਵੱਖ ਚੈਨਲਾਂ ਉੱਤੇ ਟਰਾਂਸਲੇਟ ਕਰਕੇ ਦਿਖਾਈ ਗਈ, ਉਸ ਤੋਂ ਬਾਅਦ ਉਹਦਾ ਵਿਸ਼ਲੇਸ਼ਣ ਵੀ ਕੀਤਾ ਗਿਆ, ਪਰ ਹੁਣ ਮੂਲ ਰੂਪ ਦੇ ਵਿੱਚ ਸਿੱਧੇ ਜਿਹੜੇ ਆਪ ਲੀਡਰਾਂ ਦੇ ਮੂੰਹੋਂ ਸੁਣਨਗੇ ਕਿ ਕਿਹੜੇ ਮੁੱਦਿਆਂ ਉੱਤੇ ਕਿਹਦਾ ਕੀ ਸਟੈਂਡ ਆ। ਮੁੱਦੇ ਲਗਭਗ ਉਹੀ ਹੋਣਗੇ, ਪਰ ਅੱਜ ਇਹ ਕਿਹਾ ਜਾ ਸਕਦਾ ਕਿ ਅੱਜ ਹਾਊਸ ਅਫੋਰਡੇਬਿਲਟੀ ਉੱਤੇ ਵੱਧ ਗੱਲ ਹੋ ਸਕਦੀ ਆ। ਸਰਬ ਉੱਤੇ ਕੱਲ ਬਹੁਤ ਜ਼ਿਆਦਾ ਗੱਲ ਹੋਈ। ਜਗਮੀਤ ਸਿੰਘ ਇਹ ਕ੍ਰੈਡਿਟ ਲਗਾਤਾਰ ਜਿਹੜਾ ਲੈ ਰਹੇ ਸੀ। ਹਾਲਾਂਕਿ ਜਿਸ ਦਿਨ ਅਸੀਂ ਵੀ ਗੱਲਬਾਤ ਕੀਤੀ ਸੀ ਇੱਥੇ, ਜਦੋਂ ਪੰਜਾਬੀ ਮੀਡੀਆ ਨਾਲ ਗੱਲਬਾਤ ਕੀਤੀ ਸੀ ਜਗਮੀਤ ਸਿੰਘ ਨੇ, ਉਦੋਂ ਵੀ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਜਿਹੜੇ 1000 ਜਿਹੜਾ ਵਾ ਉਹ ਦੇ ਰਹੀ ਸੀ ਲਿਬਰਲ ਸਰਕਾਰ ਜਿਹੜੀ ਸੀ, ਪਰ ਕਹਿੰਦੇ ਕਿ ਅਸੀਂ ਦਬਾਅ ਪਾ ਕੇ ਇਹਨੂੰ 2000 ਕੀਤਾ। ਪੇਡ ਸਿਕ ਲੀਵ ਦਾ ਉਹ ਕ੍ਰੈਡਿਟ ਲੈ ਰਹੇ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਉੱਤੇ ਗੱਲਬਾਤ ਕੱਲ ਹੋਈ ਆ, ਅੱਜ ਵੀ ਉਹਨਾਂ ਉੱਤੇ ਹੋਵੇਗੀ ਔਰ ਇਹਦੇ ਨਾਲ ਅੱਜ ਫੇਰ ਜਸਟਿਨ ਟਰੂਡੋ ਨੂੰ ਇਸ ਮੁੱਦੇ ਉੱਤੇ ਘੇਰਿਆ ਜਾਵੇਗਾ ਕਿ ਇਹ ਬਿਲਕੁਲ ਨੀਡਲੈਸ ਜਿਹੜੀਆਂ ਇਲੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਹੈਗੀ ਆ। ਸੋ ਅੱਜ ਐਰਨ ਅਟੂਲ ਨੂੰ ਫੇਰ ਜਿਹੜਾ ਵਾ ਗਨ ਬੈਨ ਦੇ ਮੁੱਦੇ ਉੱਤੇ ਘੇਰਿਆ ਜਾਵੇਗਾ, ਉਹਨਾਂ ਨੂੰ ਪ੍ਰੂਫ ਆਫ ਵੈਕਸੀਨੇਸ਼ਨ ਦੇ ਮੁੱਦੇ ਉੱਤੇ ਘੇਰਿਆ ਜਾਵੇਗਾ। ਔਰ ਕਿਉਂਕਿ ਕੈਨੇਡਾ ਦੇ ਵਿੱਚ 70% ਲੋਕ ਜਿਹੜੇ ਉਹ ਪ੍ਰੂਫ ਆਫ ਵੈਕਸੀਨੇਸ਼ਨ ਦੀ ਹੁਣ ਸਮਰਥਨ ਕਰਦੇ ਨੇ। ਸੋ ਇਸ ਤੋਂ ਬਾਅਦ ਜਸਟਿਨ ਟਰੂਡੋ ਨੂੰ ਵੀ ਥੋੜਾ ਜਿਹਾ ਉਹ ਵਿਸ਼ਵਾਸ ਆਇਆ ਕਿ ਇਸ ਮੁੱਦੇ ਉੱਤੇ ਉਹਨਾਂ ਨੂੰ ਫਾਇਦਾ ਹੋ ਸਕਦਾ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਮੁੱਦੇ ਉੱਤੇ ਜਸਟਿਨ ਟਰੂਡੋ ਘੇਰਨ ਦੀ ਕੋਸ਼ਿਸ਼ ਕਰਨਗੇ ਤੇ ਇਹਦੇ ਨਾਲ ਹੀ ਜਿਹੜੀ ਮਹਿੰਗਾਈ ਵਧੀ ਆ, ਮਹਿੰਗਾਈ ਉੱਤੇ ਗੱਲ ਹੋਵੇਗੀ, ਕਲਾਈਮੇਟ ਚੇਂਜ ਉੱਤੇ ਜਿਹੜੀ ਆ ਉਹ ਗੱਲ ਹੋਵੇਗੀ, ਕਿਉਂਕਿ ਇਹ ਵੀ ਇੱਕ ਵੱਡਾ ਮੁੱਦਾ ਆ। ਸੋ ਇਹਦੇ ਨਾਲ ਜੇਕਰ ਅੱਗੇ ਹੋਰ ਗੰਭੀਰ ਹਾਲਾਤ ਹੁੰਦੇ ਨੇ ਕੋਵਿਡ ਦੇ, ਤਾਂ ਕਿਸ ਤਰੀਕੇ ਨਾਲ ਜੌਬ ਰਿਕਵਰੀ ਹੋਵੇਗੀ ਜਾਂ ਕਿਸ ਤਰੀਕੇ ਨਾਲ ਅੱਗੇ ਇਹਨੂੰ ਹੈਂਡਲ ਕੀਤਾ ਜਾਵੇਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਗੱਲਬਾਤ ਹੋਵੇਗੀ ਔਰ ਅੱਜ ਵਾਲੀ ਜਿਹੜੀ ਡਿਬੇਟ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਪੂਰੇ ਕੈਨੇਡਾ ਦੇ ਵਿੱਚ ਇਹਦਾ ਪ੍ਰਭਾਵ ਜਾਵੇਗਾ ਔਰ ਇਸ ਤੋਂ ਬਾਅਦ ਕੁਝ ਨਾ ਕੁਝ ਫਰਕ ਇਹਦਾ ਜ਼ਰੂਰ ਚੋਣ ਨਤੀਜਿਆਂ ਤੇ ਪਵੇਗਾ। ਜੀ ਬਿਲਕੁਲ, ਅਸੀਂ ਇਸ ਤੋਂ ਬਾਅਦ ਇਹ ਵੀ ਗੱਲ ਕਰਨਾ ਚਾਹੋਗੇ ਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿਹੜੇ ਸਰਵੇ ਆ ਉਹਨਾਂ ਦੇ ਉੱਪਰ ਵੀ ਅਸਰ ਪਵੇਗਾ। ਜਦੋਂ ਡਿਬੇਟ ਹੋਵੇਗੀ ਇਹਨਾਂ ਦੇ ਵਿੱਚ ਵੀ ਬਦਲਾਵ ਜਿਹੜਾ ਹੈ ਉਹ ਨਜ਼ਰ ਆਵੇਗਾ। ਸੋ ਜਿਹੜੇ ਹੁਣ ਮੌਜੂਦਾ ਸਰਵੇ ਸਾਹਮਣੇ ਆਏ ਨੇ, ਇੱਥੇ ਕੀ ਹਾਲਾਤ ਬਣੇ ਹੋਏ ਨੇ, ਕਿੱਥੇ ਜਿਹੜੀ ਸਥਿਤੀ ਹੈ ਨਾ ਪਾਰਟੀਆਂ ਦੀ ਖੜੀ ਹੈ? ਜੀ ਬਿਲਕੁਲ, ਸਰਵੇ ਜਿਹੜੇ ਆ, ਕਿਉਂਕਿ ਲਗਾਤਾਰ ਅਸੀਂ ਇਹ ਕਹਿੰਦੇ ਆ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਹਵਾ ਜਿਹੜੀ ਆ ਬਹੁਤ ਛੇਤੀ ਉਹ ਬਦਲਦੀ ਕਈ ਵਾਰ ਨਜ਼ਰ ਆਉਂਦੀ ਆ ਔਰ 2015 ਦੇ ਇਲੈਕਸ਼ਨ ਦੇ ਵਿੱਚ ਵੀ ਇਹਦੀ ਉਦਾਹਰਨ ਦੇਖਣ ਨੂੰ ਮਿਲੀ ਸੀਗੀ। ਔਰ ਇਸ ਵਾਰ ਜੇਕਰ ਅਸੀਂ ਕਹੀਏ ਕਿ ਉਸ ਤਰੀਕੇ ਨਾਲ ਤਾਂ ਫੇਰ ਬਦਲ ਨਹੀਂ ਹੋ ਰਿਹਾ, ਪਰ ਕਿਤੇ ਨਾ ਕਿਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਉਹ ਪਹਿਲਾਂ ਅੱਗੇ ਚੱਲ ਰਹੀ ਸੀ ਔਰ ਲੀਡ ਲਗਾਤਾਰ ਬਣਦੀ ਜਾ ਰਹੀ ਸੀ ਤੇ ਲਿਬਰਲ ਪਾਰਟੀ ਪਿੱਛੇ ਨਜ਼ਰ ਆ ਰਹੀ ਸੀ। ਪਰ ਜੇਕਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖੀਏ ਜਾਂ ਇਸ ਹਫ਼ਤੇ ਵਿੱਚ ਦੇਖੀਏ ਤਾਂ ਇਸ ਹਫ਼ਤੇ ਵਿੱਚ ਕੁਝ ਰਿਕਵਰੀ ਕਰਨ ਦੀ ਕੋਸ਼ਿਸ਼ ਲਿਬਰਲ ਪਾਰਟੀ ਵੱਲੋਂ ਕੀਤੀ ਜਾ ਰਹੀ ਆ।
ਨੈਸ਼ਨਲੀ ਜੇਕਰ ਅਸੀਂ ਦੇਖੀਏ ਤਾਂ ਵੋਟ ਸ਼ੇਅਰ ਦੇ ਵਿੱਚ ਹਾਲੇ ਵੀ ਸਰਵਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਨਜ਼ਰ ਆ ਰਹੀ ਆ, ਪਰ ਸੀਟਾਂ ਦੇ ਮਾਮਲੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਲਿਬਰਲ ਪਾਰਟੀ ਅੱਗੇ ਨਜ਼ਰ ਆ ਰਹੀ ਆ। ਸੋ ਇਹਦੇ ਪਿੱਛੇ ਇੱਕ ਕਾਰਨ ਅਸੀਂ ਇੱਥੇ ਦਰਸ਼ਕਾਂ ਨੂੰ ਸਾਫ਼ ਕਰ ਦਿੰਦੇ ਆ ਕਿ ਕੁਝ ਸੂਬੇ ਇਸ ਤਰੀਕੇ ਦੇ ਨੇ ਜਿੱਥੇ ਲਗਭਗ ਜਿਹੜੀ ਆ ਉਹ ਕੰਜ਼ਰਵੇਟਿਵ ਪਾਰਟੀ ਲੀਡ ਕਰਦੀ ਆ ਜਾਂ ਸਵੀਪ ਕਰਦੀ ਆ, ਜਿਹਦੇ ਵਿੱਚ ਅਸੀਂ ਦੋ ਸੂਬੇ ਪ੍ਰਮੁੱਖ ਤੌਰ ਤੇ ਕਹਿ ਸਕਦੇ ਆ ਕਿ ਅਲਬਰਟਾ ਦੇ ਵਿੱਚ ਪਿਛਲੀ ਵਾਰ ਵੀ ਸਵੀਪ ਕੀਤਾ ਸੀ ਕੰਜ਼ਰਵੇਟਿਵ ਪਾਰਟੀ ਨੇ, ਇਸ ਵਾਰ ਵੀ ਜਿਹੜੀ ਉੱਥੇ ਇਹੀ ਸੰਭਾਵਨਾ ਨਜ਼ਰ ਆ ਰਹੀ ਹੈ। ਇੱਕ ਅੱਧੀ ਸੀਟ ਉੱਤੇ ਜਿਹੜਾ ਫਸਮਾ ਮੁਕਾਬਲਾ ਉੱਥੇ ਲਿਬਰਲ ਦੇ ਰਹੀ ਆ ਤੇ ਇੱਕ ਦੋ ਸੀਟਾਂ ਉੱਤੇ ਐਨਡੀਪੀ ਜਿਹੜੀ ਆ ਕਲੋਜ਼ ਫਾਈਟ ਦੇ ਰਹੀ ਆ, ਬਾਕੀਆਂ ਉੱਤੇ ਸੰਭਾਵਨਾ ਇਹੀ ਆ ਕਿ ਉੱਥੇ ਕੰਜ਼ਰਵੇਟਿਵ ਦੀ ਵੱਡੀ ਜਿੱਤ ਹੋਵੇਗੀ। ਸਸਕੈਚੁਅਨ ਨੂੰ ਅਸੀਂ ਲੈ ਲਈਏ ਤਾਂ ਉੱਥੇ ਵੀ ਲਗਭਗ ਜਿੰਨੀਆਂ ਸੀਟਾਂ ਹੈਗੀਆਂ, ਸੀਟਾਂ ਹਾਲਾਂਕਿ ਘੱਟ ਨੇ ਪਰ ਵੋਟ ਸ਼ੇਅਰ ਉੱਥੇ ਵੱਧ ਜਿਹੜਾ ਉਹ ਕੰਜ਼ਰਵੇਟਿਵ ਦਾ ਹੁੰਦਾ ਆ। ਸੋ ਇਸ ਤਰੀਕੇ ਨਾਲ ਉਹਦਾ ਨੈਸ਼ਨਲੀ ਜਦੋਂ ਅਸੀਂ ਇੱਕ ਸਰਵੇ ਕੱਢਦੇ ਆ, ਇੱਕ ਡਾਟਾ ਤਿਆਰ ਕਰਦੇ ਆ ਤਾਂ ਉੱਥੇ ਵੋਟ ਸ਼ੇਅਰ ਜਿਹੜਾ ਵਾ ਵੱਧ ਹੁੰਦਾ ਆ। ਪਰ ਜੇਕਰ ਅਸੀਂ ਸੀਟਾਂ ਦੇ ਮਾਮਲੇ 'ਚ ਜਾਂਦੇ ਆ ਤਾਂ ਅੱਜ ਅਸੀਂ ਜੇਕਰ ਵੱਖ-ਵੱਖ ਏਜੰਸੀਆਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅਸੀਂ CBC ਪੋਲ ਟਰੈਕਰ ਦੀ ਗੱਲ ਕਰਦੇ ਆ ਔਰ ਜੋ ਇੱਕ ਵੱਡਾ ਅਦਾਰਾ ਆ, ਮੀਡੀਆ ਅਦਾਰਾ ਕੈਨੇਡਾ ਦਾ, ਉਹ ਇਸ ਵਕਤ 142 ਸੀਟਾਂ ਜਿਹੜੀਆਂ ਆ ਉਹ ਲਿਬਰਲ ਪਾਰਟੀ ਨੂੰ ਦੇ ਰਿਹਾ, ਜੋ ਕਿ ਬੀਤੇ ਦਿਨੀ 140 ਉੱਤੇ ਸਟਕ ਸੀ। ਔਰ ਕੰਜ਼ਰਵੇਟਿਵ ਪਾਰਟੀ ਜੇਕਰ ਅਸੀਂ ਗੱਲ ਕਰੀਏ ਤਾਂ 132 ਸੀਟਾਂ ਉੱਤੇ ਇਸ ਵਕਤ ਕੰਜ਼ਰਵੇਟਿਵ ਪਾਰਟੀ CBC ਪੋਲ ਟਰੈਕਰ ਦੇ ਹਿਸਾਬ ਨਾਲ ਨਜ਼ਰ ਆ ਰਹੀ ਹੈ, ਜਦਕਿ 34 ਸੀਟਾਂ ਉੱਤੇ ਇਸ ਵਕਤ ਜਗਮੀਤ ਸਿੰਘ ਨੇ। ਇਸ ਦੇ ਨਾਲ ਹੀ ਜੋ ਇੱਕ ਏਜੰਸੀ ਆ ਸਰਵੇ ਕਰਨ ਲਈ ਖਾਸ ਕਰ ਮੰਨੀ ਜਾਂਦੀ ਆ 338 canada.com, ਜੋ ਕਿ ਵੱਖ-ਵੱਖ ਸਰਵਿਆਂ ਦਾ ਇੱਕ ਨਿਚੋੜ ਤਿਆਰ ਕਰਦੀ ਆ, ਉਹਦੇ ਵਿੱਚ ਵੋਟ ਸ਼ੇਅਰ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਨਜ਼ਰ ਆ ਰਹੀ ਆ। ਪਰ ਉਹਦੇ ਵਿੱਚ ਸੀਟਾਂ ਜੇਕਰ ਅਸੀਂ ਕਹੀਏ ਤਾਂ 145 ਸੀਟਾਂ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਜਿਹੜੀਆਂ ਉਹ ਮਿਲਦੀਆਂ ਨਜ਼ਰ ਆ ਰਹੀਆਂ ਨੇ, 135 ਸੀਟਾਂ ਉੱਤੇ ਜਿਹੜੀ ਉਹ ਕੰਜ਼ਰਵੇਟਿਵ ਪਾਰਟੀ ਨਜ਼ਰ ਆ ਰਹੀ ਆ। ਔਰ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਦੇ ਆ ਕਿ ਜੇਕਰ ਅਸੀਂ ਇਸੇ ਏਜੰਸੀ ਦੇ 2019 ਦੇ ਸਰਵੇ ਦੀ ਗੱਲ ਕਰੀਏ ਤਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਿਹੜਾ ਫਾਈਨਲ ਸਰਵੇ ਦਿੱਤਾ ਸੀ ਇਸ ਏਜੰਸੀ ਨੇ, ਉਹਦੇ ਵਿੱਚ 142 ਸੀਟਾਂ ਲਿਬਰਲ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਸੀ ਅਤੇ ਚੋਣ ਨਤੀਜੇ ਵਾਲੇ ਦਿਨ 157 ਸੀਟਾਂ ਜਿਹੜੀਆਂ ਆ ਉਹ ਲਿਬਰਲ ਪਾਰਟੀ ਨੂੰ ਮਿਲੀਆਂ ਸੀਗੀਆਂ। ਸੋ ਇਸ ਤਰੀਕੇ ਨਾਲ ਇੰਨਾ ਕੁ ਫਰਕ ਜ਼ਰੂਰ ਸਾਹਮਣੇ ਆਉਂਦਾ ਆ। ਸੋ ਇਹ ਵੱਧ ਘੱਟ ਹੁਣ ਵੀ ਹੋ ਸਕਦੀਆਂ ਨੇ, ਪਰ ਜਿਹੜਾ ਕੁੱਲ ਮਿਲਾ ਕੇ ਚਰਚਾ ਇਸ ਵਕਤ ਇਹਨਾਂ ਸਰਵੇਆਂ ਨੂੰ ਦੇਖ ਕੇ ਹੀ ਕੀਤੀ ਜਾਂਦੀ ਆ। ਸੋ ਇਹਨਾਂ ਸਰਵੇਆਂ ਦੇ ਵਿੱਚ ਜੋ ਹਾਲਾਤ ਨੇ ਇਸ ਵਕਤ ਇਹੀ ਨੇ ਕਿ ਪਿਛਲੇ ਹਫਤੇ ਜਦੋਂ ਕੰਜ਼ਰਵੇਟਿਵ ਪਾਰਟੀ ਲੀਡ ਕਰ ਰਹੀ ਸੀ, ਇਹ ਕੁਝ ਕਿਹਾ ਵੀ ਜਾ ਰਿਹਾ ਸੀ ਮਾਰਾ ਵੱਲੋਂ ਕਿ ਸਮੇਂ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਪੀਕ ਤੇ ਪਹੁੰਚ ਚੁੱਕੀ ਆ, ਇਹਦਾ ਨੁਕਸਾਨ ਵੀ ਹੋ ਸਕਦਾ ਆ, ਇੱਥੇ ਨਜ਼ਰ ਵੀ ਆ ਰਿਹਾ। ਪਰ ਫਿਰ ਗੱਲ ਉੱਥੇ ਜਾ ਕੇ ਮੁੱਕਦੀ ਆ ਕਿ ਇਹ ਨੁਕਸਾਨ ਆ ਜਾਂ ਫਾਇਦਾ ਆ, ਇਹਦਾ ਫੈਸਲਾ ਤਾਂ 20 ਸਤੰਬਰ ਨੂੰ ਹੋਵੇਗਾ ਜਿੱਦਣ ਵੋਟਾਂ ਦੀ ਗਿਣਤੀ ਹੋਵੇਗੀ। ਜੀ ਬਿਲਕੁਲ, ਪਰ ਇਸ ਦੇ ਨਾਲ ਹੀ ਇੱਕ ਪੋਲ ਜਿਹੜਾ ਹੈ ਜਗਮੀਤ ਸਿੰਘ ਦੇ ਨਾਲ ਜੁੜਿਆ ਹੋਇਆ ਵੀ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਕਾਫੀ ਜ਼ਿਆਦਾ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਵਿੱਚ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ, ਇਸ ਦੀ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹਾਂਗੇ। ਬਿਲਕੁਲ, ਔਰ ਇਸ ਪੋਲ ਦੇ ਵਿੱਚ 3 ਲੱਖ ਦੇ ਕਰੀਬ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜੋ ਇਹਦੇ ਨਤੀਜੇ ਨਿਕਲ ਕੇ ਸਾਹਮਣੇ ਆਏ ਨੇ ਇਸ ਸਰਵੇ ਦੇ, ਉਹ ਬੜੇ ਹੈਰਾਨ ਕਰਨ ਵਾਲੇ ਨੇ, ਕਿਉਂਕਿ ਜੇਕਰ ਅਸੀਂ ਵਿਅਕਤੀਗਤ ਤੌਰ ਤੇ ਦੇਖੀਏ ਇੱਕ ਲੀਡਰ ਦੇ ਤੌਰ ਤੇ ਤਾਂ ਜਗਮੀਤ ਸਿੰਘ, ਜਸਟਨ ਟਰੂਡੋ, ਐਰਨ ਅਟੂਲ, ਬਲੌਕ ਕਿਊਬਕ ਦੇ ਲੀਡਰ ਤੇ ਹੋਰ ਜਿਹੜੇ ਬਾਕੀ ਲੀਡਰ ਆ ਉਹਨਾਂ ਨਾਲੋਂ ਕਿਤੇ ਅੱਗੇ ਨਜ਼ਰ ਆ ਰਹੇ ਨੇ। ਔਰ ਜਿਹੜਾ ਇਸ ਸਰਵੇ ਦੇ ਵਿੱਚ ਇੱਕ ਡਾਟਾ ਤਿਆਰ ਕੀਤਾ ਗਿਆ, ਉਹਦੇ ਹਿਸਾਬ ਨਾਲ 10 ਦੇ ਵਿੱਚੋਂ 5.6% ਜਿਹੜੇ ਲੋਕ ਆ ਉਹ ਜਗਮੀਤ ਸਿੰਘ ਉੱਤੇ ਭਰੋਸਾ ਕਰਦੇ ਆ ਕਿ ਅਸੀਂ ਇਸ ਲੀਡਰ ਉੱਤੇ ਭਰੋਸਾ ਕਰ ਸਕਦੇ ਆ। ਇਹ ਵਿਅਕਤੀਗਤ ਤੌਰ ਤੇ ਸਰਵੇ ਆ, ਪਰ ਇਹਦਾ ਬਹੁਤਾ ਫਾਇਦਾ ਉਹਨਾਂ ਦੀ ਐਨਡੀਪੀ ਪਾਰਟੀ ਨੂੰ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜੇਕਰ ਅਸੀਂ ਦੇਖੀਏ ਤਾਂ ਉਹ ਤੀਜੇ ਨੰਬਰ ਤੇ ਆ ਔਰ ਉਹਦੇ ਵਿੱਚ ਸਿਰਫ 20% ਸਮਰਥਨ ਜਿਹੜਾ ਮਿਲਦਾ ਨਜ਼ਰ ਆ ਰਿਹਾ ਵਾ, ਜੋ ਕਿ ਕਾਫੀ ਘੱਟ ਆ ਬਾਕੀ ਪਾਰਟੀਆਂ ਨਾਲੋਂ, ਕਿਉਂਕਿ ਕੰਜ਼ਰਵੇਟਿਵ ਪਾਰਟੀ ਇਸ ਵਕਤ 34% ਦੇ ਨੇੜੇ ਤੇੜੇ ਖੇਡ ਰਹੀ ਆ। ਇਸ ਵਕਤ ਲਿਬਰਲ ਪਾਰਟੀ 32 ਤੋਂ 33% ਦੇ ਨੇੜੇ ਤੇੜੇ ਜਿਹੜਾ ਉਹ ਚੱਲ ਰਹੀ ਆ ਔਰ ਐਨਡੀਪੀ ਇਸ ਵਕਤ 20% ਉੱਤੇ ਆ। ਪਰ ਜੇਕਰ ਅਸੀਂ ਵਿਅਕਤੀਗਤ ਤੌਰ ਤੇ ਦੇਖੀਏ, ਇੱਕ ਲੀਡਰ ਦੀ ਭਰੋਸੇਯੋਗਤਾ ਜਦੋਂ ਲੋਕਾਂ ਤੋਂ ਪੁੱਛੀ ਜਾਂਦੀ ਹੈ ਤਾਂ ਉਹਦੇ ਵਿੱਚ ਜਗਮੀਤ ਸਿੰਘ ਜਸਟਨ ਟਰੂਡੋ ਤੋਂ ਵੀ ਅੱਗੇ ਨਜ਼ਰ ਆ ਰਹੇ ਆ। ਐਰਨ ਅਟੂਲ ਤੇ ਜਸਟਨ ਟਰੂਡੋ ਬਿਲਕੁਲ ਇੱਕ ਸਕੇਲ ਤੇ ਆ, ਉਹਨਾਂ ਨੂੰ 3.6% ਲੋਕ ਉਹਨਾਂ ਤੇ ਭਰੋਸਾ ਕਰਦੇ ਆ, ਜਦਕਿ ਬਲੌਕ ਕਿਊਬਕ ਦੇ ਲੀਡਰ ਇਸ ਵਕਤ ਉੱਤੇ ਨੇ ਪਰ ਜਗਮੀਤ ਸਿੰਘ ਤੋਂ ਉਹ ਥੱਲੇ ਨੇ। ਔਰ ਇਹਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਇੱਕ ਇਹ ਵੀ ਸਰਵੇ ਦਾ ਡਾਟਾ ਤਿਆਰ ਕੀਤਾ ਗਿਆ ਕਿ ਮਹਿਲਾਵਾਂ ਵਿੱਚ ਔਰਤਾਂ 'ਚ ਕੌਣ ਵੱਧ ਫੇਮਸ ਲੀਡਰ ਆ, ਕਿਹੜੀਆਂ ਔਰਤਾਂ
ਵੱਧ ਕਿਸ ਤੇ ਭਰੋਸਾ ਕਰਦੀਆਂ ਨੇ, ਮਰਦ ਵੱਧ ਕਿਸ ਤੇ ਭਰੋਸਾ ਕਰਦੇ ਨੇ। ਇਹਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਫੀਮੇਲ ਦੇ ਵਿੱਚ ਜਗਮੀਤ ਸਿੰਘ ਪਹਿਲੇ ਨੰਬਰ ਤੇ ਨੇ, ਜਸਟਿਨ ਟਰੂਡੋ ਤੀਜੇ ਨੰਬਰ ਤੇ ਨੇ, ਬਲਾਕ ਕਿਊਬਕ ਦੇ ਲੀਡਰ ਦੂਜੇ ਨੰਬਰ ਤੇ ਨੇ, ਤੇ ਮਰਦਾਂ ਦੇ ਵਿੱਚ ਜਗਮੀਤ ਸਿੰਘ ਦੂਜੇ ਨੰਬਰ ਤੇ ਨੇ, ਤੇ ਜਿਹੜਾ ਅਸੀਂ ਕਹੀਏ ਤਾਂ ਬਲਾਕ ਕਿਊਬਕ ਦਾ ਲੀਡਰ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਨੇ। ਔਰ ਜੇ ਅਸੀਂ ਅਦਰ ਜੈਂਡਰਸ ਦੀ ਗੱਲ ਕਰੀਏ, ਜੋ ਡਾਟਾ ਵਿੱਚ ਇੱਕ ਦਿੱਤਾ ਗਿਆ, ਇੱਕ ਕੈਟਾਗਰੀ ਇਹ ਵੀ ਬਣਾਈ ਗਈ ਹੈ ਅਦਰ ਜੈਂਡਰ, ਤੇ ਉਹਦੇ ਵਿੱਚ ਜਗਮੀਤ ਸਿੰਘ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਨੇ। ਸੋ ਇੱਕ ਵੱਡੀ ਗੱਲ ਹੈ ਜਗਮੀਤ ਸਿੰਘ ਹੋਣਾ ਲਈ ਕਿ ਲੋਕ ਉਹਨਾਂ ਤੇ ਭਰੋਸਾ ਕਰ ਰਹੇ ਨੇ, ਪਰ ਜੇ ਉਹਨਾਂ ਦੀ ਪਾਰਟੀ ਨੂੰ ਦੇਖੀਏ ਤਾਂ ਉਹਨਾਂ ਫਾਇਦਾ ਉਹਨਾਂ ਦੀ ਪਾਰਟੀ ਨੂੰ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਜਗਮੀਤ ਸਿੰਘ ਦੀ ਇਹ ਭਰੋਸੇਯੋਗਤਾ ਵੋਟ 'ਚ ਕਿੰਨੀ ਕੁ ਤਬਦੀਲ ਹੁੰਦੀ ਆ, ਵੋਟ ਸ਼ੇਅਰ ਉਹਨਾਂ ਦਾ ਕਿੰਨਾ ਵੱਧਦਾ, ਫਿਰ ਉਹਦੇ 'ਚ ਸੀਟਾਂ 'ਚ ਕਿੰਨੀ ਤਬਦੀਲ ਹੁੰਦੀ ਹੈ, ਇੱਕ ਵੱਡਾ ਸਵਾਲ ਆ ਕਿ ਇਸ ਵਾਰ ਵੀ ਉਹ ਕਿੰਗ ਮੇਕਰ ਬਣਦੇ ਨੇ ਜਾਂ ਕੋਈ ਪਾਰਟੀ ਕਲੀਅਰ ਮੈਜੋਰਟੀ ਲੈ ਕੇ ਜਾਂਦੀ ਆ। ਇਹ ਵੀ 20 ਸਤੰਬਰ ਨੂੰ ਜਿਹੜੀ ਆ ਸਭ ਤੋਂ ਦਿਲਚਸਪ ਜਿਹੜੀ ਆ ਉਹ ਗੱਲ ਰਹੇਗੀ, ਕਿਉਂਕਿ ਸਰਵੇ ਦੇ ਹਿਸਾਬ ਨਾਲ ਤੇ ਇਸ ਵਕਤ ਮਿਨੋਰਟੀ ਗਵਰਨਮੈਂਟ ਹੀ ਬਣਦੀ ਨਜ਼ਰ ਆ ਰਹੀ ਹੈ, ਚਾਹੇ ਕਿਸੇ ਵੀ ਪਾਰਟੀ ਦੀ ਬਣੇ। ਪਰ ਜਗਮੀਤ ਸਿੰਘ ਦੀ ਭਰੋਸੇਯੋਗਤਾ ਕਿਹੜੀ ਪਾਰਟੀ ਨੂੰ ਲੈ ਕੇ ਬੈਠਦੀ ਆ, ਇਹ ਵੀ ਇੱਕ ਵੱਡਾ ਸਵਾਲ ਆ। ਜੀ ਬਿਲਕੁਲ, ਪਰ ਇਸ ਦੇ ਨਾਲ ਇੱਕ ਹੋਰ ਗੱਲ ਕਰਦੇ ਹਾਂ। ਇੱਕ ਜਿਹੜੇ ਕਿਊਬਿਕ ਦੇ ਪ੍ਰੀਮੀਅਰ ਨੇ ਉਹਨਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਕਿਊਬਿਕ ਦੇ ਵਾਸਤੇ ਚੰਗੇ ਨੇ, ਜਦਕਿ ਉਹਨਾਂ ਵੱਲੋਂ ਜਸਟਿਨ ਟਰੂਡੋ ਅਤੇ ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੂੰ ਡੇਂਜਰਸ ਦੱਸਿਆ ਗਿਆ ਹੈ। ਫ੍ਰੈਂਚ ਭਾਸ਼ਾ ਦੇ ਵਿੱਚ ਡਿਬੇਟ ਹੋਣ ਤੋਂ ਬਾਅਦ ਜੋ ਕਿਊਬਿਕ ਦੇ ਪ੍ਰੀਮੀਅਰ ਦਾ ਇਹ ਬਿਆਨ ਸਾਹਮਣੇ ਆਇਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਪਹਿਲਾਂ ਤਾਂ ਜੇਕਰ ਅਸੀਂ ਕੈਨੇਡਾ ਦੀ ਜਿਹੜੀ ਪੋਲੀਟੀਕਲ ਬਣਤਰ ਹੈ ਉਹਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦੀਆਂ ਨੇ, ਸੂਬੇ ਦੀਆਂ ਚੋਣਾਂ ਹੁੰਦੀਆਂ ਜਾਂ ਫੈਡਰਲ ਹੁੰਦੀਆਂ, ਤੇ ਉਹਦੇ ਵਿੱਚ ਪਾਰਟੀਆਂ ਦਾ ਬਿਲਕੁਲ ਵੱਖੋ ਵੱਖਰਾ ਆਪੋ ਆਪਣਾ ਕੰਮ ਹੁੰਦਾ ਆ। ਸੋ ਕੋਈ ਬਿਲਕੁਲ ਵੱਖੋ ਵੱਖਰੇ ਢਾਂਚੇ ਹੁੰਦੇ ਆ, ਇੱਕ ਦੂਜੇ ਦੀ ਪਾਰਟੀ 'ਚ ਕੋਈ ਬਹੁਤਾ ਦਖਲ ਨਹੀਂ ਦਿੰਦਾ, ਚਾਹੇ ਕਿਸੇ ਵੀ ਸੂਬੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਹੋਣ, ਉਹਦੇ ਵਿੱਚ ਕਿਤੇ ਵੀ ਜਸਟਿਨ ਟਰੂਡੋ ਜਾ ਕੇ ਦਖਲ ਨਹੀਂ ਦਿੰਦੇ ਕਿ ਇਸ ਪਾਰਟੀ ਨੂੰ ਵੋਟ ਪਾਈ ਜਾਵੇ। ਸੋ ਨਾ ਹੀ ਪ੍ਰੋਵਿੰਸ਼ੀਅਲ ਜਿਹੜੇ ਆ ਉਹ ਬਹੁਤਾ ਇਸ ਤਰੀਕਾ ਦਖਲ ਦਿੰਦੇ ਆ। ਹਾਂ, ਆਪਣਾ ਸਮਰਥਨ ਜਿਹੜਾ ਵਾ ਜ਼ਰੂਰ ਉਹ ਜਿਹੜਾ ਵਾ ਦਿਖਾ ਦਿੰਦੇ ਆ ਕਿ ਇਹ ਸਾਡੇ ਲਈ ਠੀਕ ਨੇ ਜਾਂ ਅਸੀਂ ਇਸ ਪਾਰਟੀ ਨੂੰ ਤੁਸੀਂ ਸਮਰਥਨ ਕਰਦੇ ਹੋ, ਪਰ ਬਹੁਤਾ ਪ੍ਰਚਾਰ ਜਾਂ ਉਸ ਤਰੀਕੇ ਦਾ ਨਹੀਂ ਕੀਤਾ ਜਾਂਦਾ, ਸਿੱਧੇ ਤੌਰ ਤੇ ਦਖਲ ਨਹੀਂ ਦਿੱਤਾ ਜਾਂਦਾ। ਪਰ ਇਸ ਵਾਰ ਬਲਾਕ ਕਿਊਬਕ ਮਾਫ ਕਰਨਾ ਕਿਊਬਕ ਸੂਬੇ ਦੇ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਇੱਕ ਆਪਣਾ ਇਹ ਓਪੀਨੀਅਨ ਦਿੱਤਾ ਆ, ਜਿਹਦੇ ਵਿੱਚ ਐਰਨ ਅਟੂਲ ਨੂੰ ਉਹਨਾਂ ਨੇ ਬਿਹਤਰ ਦੱਸਿਆ। ਉਹ ਕਹਿੰਦੇ ਵੀ ਜੇਕਰ ਐਰਨ ਅਟੂਲ ਦੀ ਸਰਕਾਰ ਆਉਂਦੀ ਹੈ, ਉਹ ਪ੍ਰਧਾਨ ਮੰਤਰੀ ਬਣਦੇ ਆ, ਤਾਂ ਸਾਡੇ ਲਈ ਥੋੜਾ ਬਿਹਤਰ ਰਹੇਗਾ। ਸਾਨੂੰ ਇਹ ਲੱਗਦਾ ਕਿ ਐਰਨ ਅਟੂਲ ਨਾਲ ਸਾਨੂੰ ਕੰਮ ਕਰਨਾ ਸੌਖਾ ਹੋਵੇਗਾ, ਬਸ਼ਰਤੇ ਜਸਟਿਨ ਟਰੂਡੋ ਜਿਹੜੇ ਆ ਉਹ ਕੰਮ ਕਰਨ ਜਾਂ ਜਗਮੀਤ ਸਿੰਘ ਪ੍ਰਧਾਨ ਮੰਤਰੀ ਬਣ, ਜਸਟਿਨ ਟਰੂਡੋ ਪ੍ਰਧਾਨ ਮੰਤਰੀ ਰਹਿਣ। ਔਰ ਇਹਦੇ ਵਿੱਚ ਲੱਗਦਾ ਕਿ ਪਿਛਲੇ 6 ਸਾਲ ਤੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਨੇ, ਜਾਂ ਉਹ ਕਿਸੇ ਤਜਰਬੇ ਨਾਲ ਕਹਿ ਰਹੇ ਆ ਜਾਂ ਉਹਨਾਂ ਦਾ ਕੋਈ ਸਿਆਸੀ ਹਿੱਤ ਇਹਦੇ ਵਿੱਚ, ਇਹ ਤਾਂ ਉਹੀ ਦੱਸ ਸਕਦੇ ਆ। ਪਰ ਇਸ ਵਕਤ ਉਹਨਾਂ ਨੇ ਤਾਰੀਫ ਕੀਤੀ ਆ ਔਰ ਉਹਦਾ ਪ੍ਰਭਾਵ ਜਿਹੜਾ ਕਿਊਬਕ 'ਚ ਜਾਣ ਦੀ ਸੰਭਾਵਨਾ ਆ। ਪਰ ਕਿਊਬਕ 'ਚ ਜੇਕਰ ਅਸੀਂ ਗੱਲ ਕਰੀਏ ਤਾਂ ਕੰਜ਼ਰਵੇਟਿਵ ਪਾਰਟੀ ਹਮੇਸ਼ਾ ਬਹੁਤ ਪਿੱਛੇ ਰਹਿੰਦੀ ਹੈ। ਇਸ ਵਾਰ ਵੀ ਸਰਵਿਆਂ ਵਿੱਚ ਉਹਨੂੰ ਸਿਰਫ 21% ਜਿਹੜਾ ਸਮਰਥਨ ਉੱਥੇ ਮਿਲਦਾ ਨਜ਼ਰ ਆ ਰਿਹਾ, ਜਦਕਿ 36% ਸਮਰਥਨ ਉੱਥੇ ਲਿਬਰਲ ਪਾਰਟੀ ਕੋਲ ਆ, ਤੇ ਇਸ ਤੋਂ ਥੋੜਾ ਜਿਹਾ ਪਿੱਛੇ ਜੇਕਰ ਅਸੀਂ ਕਹੀਏ ਤਾਂ 32-33% ਤੇ ਬਲਾਕ ਕਿਊਬਕ ਪਾਰਟੀ ਖੜੀ ਆ। ਸੋ ਦੇਖਦੇ ਆ ਕਿ ਇਸ ਬਿਆਨ ਦੇ ਨਾਲ ਐਰਨ ਅਟੂਲ ਨੂੰ ਉੱਥੇ ਕਿੰਨਾ ਕੁ ਫਾਇਦਾ ਹੁੰਦਾ ਆ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਐਰਨ ਅਟੂਲ ਦਾ ਪੱਖ ਪੂਰਿਆ ਤੇ ਜਗਮੀਤ ਸਿੰਘ ਅਤੇ ਜਸਟਿਨ ਟਰੂਡੋ ਨੂੰ ਉਹਨਾਂ ਨੇ ਜਿਹੜਾ ਖਤਰਨਾਕ ਸ਼ਬਦ ਉਹਨਾਂ ਨੇ ਵਰਤਿਆ, ਡੇਂਜਰਸ ਵਰਤਿਆ ਕਿਊਬਕ ਦੇ ਲਈ। ਜੀ ਬਿਲਕੁਲ, ਗੱਲ ਹੁਣ ਅਸੀਂ ਮਨਦੀਪ ਜੀ ਸਿਆਸਤ ਤੋਂ ਹਟ ਕੇ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਦੇਖਿਆ ਕੱਲ ਵੀ, ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਕਿ ਐਲਬਰਟਾ ਦੇ ਵਿੱਚ ਜੋ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜੋ ਹਾਲਾਤ ਇਸ ਸੂਬੇ ਦੇ ਵਿੱਚ ਬਣੇ ਹੋਏ ਨੇ, ਇਸ ਦੇ ਵਾਸਤੇ ਲਗਾਤਾਰ ਮਾਹਰ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਇਹਨਾਂ ਮਾਹਰਾਂ ਦਾ ਕਹਿਣਾ ਹੈ, ਜੋ ਅੱਜ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ, ਕਿ ਐਲਬਰਟਾ ਦੇ ਵਿੱਚ ਜੋ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ, ਇਸ ਵਾਸਤੇ ਸੂਬਾ ਸਰਕਾਰ ਜ਼ਿੰਮੇਵਾਰ ਹੈ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ? ਜੀ ਬਿਲਕੁਲ, ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ, ਕਿਉਂਕਿ ਇਹ ਪਹਿਲੀ ਵਾਰ ਨਹੀਂ ਕਿ ਮੰਗ ਉੱਠੀ। ਆਪਾਂ ਕੱਲ ਦੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ 10 ਮੇਅਰ ਅੱਗੇ ਆਏ ਨੇ, ਉਹ ਕਹਿੰਦੇ ਆ ਕਿ ਪ੍ਰੂਫ ਆਫ ਵੈਕਸੀਨੇਸ਼ਨ ਅਲਬਰਟਾ ਵਿੱਚ ਲਾਗੂ ਕੀਤੀ ਜਾਵੇ। ਇਸ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ 'ਚ ਇਹ ਵੀ ਚਰਚਾ ਕੀਤੀ ਸੀ ਕਿ ਲੋਟਰੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਸੀ ਉਹਨਾਂ ਵੱਲੋਂ, ਫਿਰ $100 ਦਾ ਮੁਨਾਫਾ ਦੇਣ ਦਾ, ਡੈਬਿਟ ਦੇਣ ਦਾ ਜਾਂ ਕਿਸੇ ਵੀ ਤਰੀਕੇ ਦੇਣ ਦਾ ਜਿਹੜਾ ਉਹ ਵੀ ਗੱਲ ਕੀਤੀ ਗਈ ਸੀ। ਪਰ ਇਹ ਚੀਜ਼ਾਂ ਜਿਹੜੇ ਹੈਲਥ ਅਫੀਸ਼ੀਅਲਸ ਕਹਿ ਰਹੇ ਆ, ਡਾਕਟਰ ਕਹਿ ਰਹੇ ਆ ਕਿ ਇੰਨੀਆਂ ਕਾਰਗਰ ਸਾਬਤ ਨਹੀਂ ਹੋਣੀਆਂ। ਗੱਲ ਉਦੋਂ ਹੀ ਬਣਨੀ ਆ ਜਦੋਂ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਵਾ ਉਹ ਹੋਰ ਸੂਬਿਆਂ ਦੀ ਤਰ੍ਹਾਂ ਤੇ ਲਾਗੂ ਕੀਤਾ ਜਾਵੇਗਾ, ਜਿਵੇਂ ਕਿ ਅੰਟਾਰੀਓ ਨੇ ਕੀਤਾ, ਜਿਵੇਂ ਕਿ BC ਕਰ ਚੁੱਕਾ ਆ ਤੇ ਕਿਊਬਕ ਨੇ ਜਿਹੜਾ ਕੀਤਾ ਆ। ਪਰ ਜੇ ਅਸੀਂ ਉੱਥੇ ਦੇ ਪ੍ਰੀਮੀਅਰ ਦੀ ਗੱਲ ਕਰੀਏ ਤਾਂ ਅਸੀਂ ਪਹਿਲਾਂ ਵੀ ਉਹਨਾਂ ਦਾ ਪਿਛੋਕੜ ਦੱਸਿਆ ਸੀ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਫੈਡਰਲ ਲੀਡਰ ਜਿਹੜੇ ਆ
ਉੱਚ ਸਿਆਸਤ ਕਰ ਚੁੱਕੇ ਨੇ, ਫੈਡਰਲ ਲੈਵਲ ਤੇ ਇਮੀਗ੍ਰੇਸ਼ਨ ਮੰਤਰੀ ਵੀ ਰਹਿ ਚੁੱਕੇ ਨੇ। ਸੋ ਹੁਣ ਜੇਕਰ ਅਸੀਂ ਕੰਜ਼ਰਵੇਟਿਵ ਦੀ ਵੀ ਗੱਲ ਕਰੀਏ ਤਾਂ ਮੈਂਡੇਟਰੀ ਵੈਕਸੀਨ ਦੇ ਉੱਤੇ ਉਹ ਇਹ ਦੋਸ਼ ਲਾ ਰਿਹਾ ਕਿ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵ ਕਿ ਇੱਕ ਪਾਸੇ ਜਿਹੜੇ ਆ ਉਹ ਵੈਕਸੀਨ ਵਾਲੇ ਲੋਕ ਕਰ ਦਿੱਤੇ ਆ ਤੇ ਇੱਕ ਪਾਸੇ ਜਿਹੜੇ ਵੈਕਸੀਨ ਨਹੀਂ ਲਗਵਾ ਰਹੇ ਉਹ ਲੋਕ ਕਰਤੇ ਆ, ਕਿਉਂਕਿ ਵੈਕਸੀਨ ਜਿਹੜੀ ਆ ਉਹ ਮੈਂਡੇਟਰੀ ਕਰਨ ਦੀ ਗੱਲ ਕੀਤੀ ਜਾ ਰਹੀ ਆ। ਪ੍ਰੂਫ ਆਫ ਵੈਕਸੀਨੇਸ਼ਨ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮੈਂਡੇਟਰੀ ਹੀ ਲਗਭਗ ਕੀਤੀ ਜਾ ਰਹੀ ਆ। ਸੋ ਇਸ ਮੁੱਦੇ ਉੱਤੇ ਕਿਤੇ ਨਾ ਕਿਤੇ ਜਿਹੜੇ ਜੈਸਨ ਕੈਨੀ ਆ ਉਹ ਵੀ ਅੜੇ ਹੋਏ ਨੇ ਕਿ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਵਾ ਅਸੀਂ ਅਲਬਰਟਾ 'ਚ ਲਾਗੂ ਨਹੀਂ ਕਰਾਂਗੇ, ਪਰ ਮੰਗ ਲਗਾਤਾਰ ਉੱਠ ਰਹੀ ਆ। ਸੋ ਆਉਣ ਵਾਲੇ ਸਮੇਂ 'ਚ ਚੋਣਾਂ ਉੱਥੇ ਵੀ ਹੋਣੀਆਂ ਨੇ ਔਰ ਉਹਨਾਂ ਦੀ ਰੇਟਿੰਗ ਵੀ ਥੋੜੀ ਘਟੀ ਆ ਜਿਸ ਤਰੀਕੇ ਨਾਲ ਉਹਨਾਂ ਨੇ ਹੈਂਡਲ ਕੀਤਾ, ਤੇ ਹੈਲਥ ਅਫੀਸ਼ੀਅਲ ਇਹ ਕਹਿ ਰਹੇ ਆ ਕਿ ਜੇਕਰ ਇਸੇ ਤਰੀਕੇ ਨਾਲ ਮਾਮਲੇ ਵੱਧਦੇ ਰਹੇ ਤਾਂ ਸਾਡਾ ਹੈਲਥ ਸਿਸਟਮ ਜਿਹੜਾ ਉਹ ਕੋਲੈਪਸ ਕਰ ਸਕਦਾ ਆ, ਵੱਡੀ ਪਰੇਸ਼ਾਨੀ ਹੋ ਸਕਦੀ ਹੈ, ਹਸਪਤਾਲ ਇੱਕ ਵਾਰੀ ਫਿਰ ਜਿਹੜੇ ਆ ਭਰ ਸਕਦੇ ਆ ਤੇ ਇਹ ਵੀ ਹਾਲਾਤ ਪੈਦਾ ਹੋ ਸਕਦੇ ਆ ਕਿ ਜਿਹੜੇ ਐਮਰਜੈਂਸੀ 'ਚ ਬੈੱਡ ਨੇ ICU 'ਚ ਉਹਨਾਂ ਦੀ ਕਮੀ ਵੀ ਆ ਸਕਦੀ ਆ। ਸੋ ਜਿਵੇਂ ਜਦੋਂ ਤੁਹਾਨੂੰ ਯਾਦ ਹੋਣਾ ਕਿ ਕੋਵਿਡ ਸ਼ੁਰੂ ਹੋਇਆ ਸੀ ਤਾਂ ਕਈ ਮੁਲਕਾਂ 'ਚ ਇਹ ਗੱਲ ਚੱਲੀ ਸੀ ਕਿ ਨੌਜਵਾਨਾਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ ICU ਵਿੱਚ, ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਕਾਫੀ ਜ਼ਿਆਦਾ ਆ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਸਕਦਾ ਜੋ ਉਹਨਾਂ ਲਈ ਖਤਰਨਾਕ ਵੀ ਹੋ ਸਕਦਾ। ਤਾਂ ਜ਼ਿੰਦਗੀ ਦੀ ਪਹਿਲ ਜਿਹੜੀ ਉਹ ਨੌਜਵਾਨਾਂ ਨੂੰ ਦਿੱਤੀ ਜਾ ਸਕਦੀ ਆ। ਕਹਿੰਦੇ ਇਸ ਤਰੀਕੇ ਦੇ ਹਾਲਾਤ ਦੁਬਾਰਾ ਨਾ ਬਣਨ, ਇਸ ਕਰਕੇ ਪ੍ਰੂਫ ਆਫ ਵੈਕਸੀਨੇਸ਼ਨ ਜਿਹੜੀ ਆ ਉਹ ਲਾਗੂ ਕਰਨਾ ਚਾਹੀਦਾ। ਅਲਬਰਟਾ ਦੇ ਵਿੱਚ ਵੈਕਸੀਨੇਸ਼ਨ ਰੇਟ ਵਧਾਉਣਾ ਚਾਹੀਦਾ ਆ। ਸੋ ਦੇਖਦੇ ਆ ਕਿ ਹੁਣ ਜੈਸਨ ਕੈਨੀ ਇਸ ਮੁੱਦੇ ਉੱਤੇ ਕੀ ਕਰਦੇ ਨੇ। ਪ੍ਰੂਫ ਆਫ ਵੈਕਸੀਨੇਸ਼ਨ ਦਾ ਦਬਾਅ ਉਹਨਾਂ ਤੇ ਪਾਇਆ ਜਾ ਰਿਹਾ, ਪਰ ਉਹ ਕੀ ਕਰਦੇ ਆ ਵੱਡਾ ਸਵਾਲ ਆ। ਫਿਲਹਾਲ ਹੈਲਥ ਅਫੀਸ਼ੀਅਲ ਇਹ ਚਿੰਤਾ ਜਤਾ ਰਹੇ ਆ ਕਿ ਜੇਕਰ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਨਾ ਕੀਤਾ ਗਿਆ ਤਾਂ ਹਾਲਾਤ ਵਿਗੜ ਸਕਦੇ ਆ। ਜੀ ਬਿਲਕੁਲ। ਸੋ ਮਨਦੀਪ ਜੀ, ਗੱਲ ਇਹ ਵੀ ਹੈ ਕਿ ਅਸੀਂ ਪ੍ਰਭਜੋਤ ਸਿੰਘ ਦੀ ਗੱਲ ਕਰਦੇ ਹਾਂ ਜਿਸ ਦਾ ਕੈਨੇਡਾ ਦੇ ਵਿੱਚ ਕਤਲ ਹੋਇਆ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ, ਪਰ ਹੁਣ ਕੈਨੇਡਾ ਤੋਂ ਲਗਾਤਾਰ ਇਸ ਸੰਬੰਧੀ ਆਵਾਜ਼ ਜਿਹੜੀ ਹੈ ਉਹ ਚੁੱਕੀ ਜਾ ਰਹੀ ਹੈ। ਕਈ ਮੰਤਰੀ, ਮੈਂਬਰ ਪਾਰਲੀਮੈਂਟ ਉਸ ਦੇ ਹੱਕ ਦੇ ਵਿੱਚ ਆ ਰਹੇ ਨੇ, ਆਵਾਜ਼ ਚੁੱਕੀ ਜਾ ਰਹੀ ਹੈ। ਸੋ ਇਸ ਪੂਰੇ ਮੁੱਦੇ ਦੇ ਉੱਪਰ ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਨਾ ਚਾਹਾਂਗੇ। ਬਿਲਕੁਲ, ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ ਇਹ ਇੰਦਰਪ੍ਰੀਤ ਕਤਲ ਹੋਇਆ ਸੀ, 23 ਸਾਲ ਦਾ ਨੌਜਵਾਨ ਸੀ ਜੋ ਵਰਕ ਪਰਮਿਟ ਤੇ ਸੀ, ਸਟੱਡੀ ਵੀਜ਼ਾ ਉੱਤੇ ਉਹ ਇੱਥੇ ਕੈਨੇਡਾ ਆਇਆ ਸੀਗਾ। ਸੋ ਜਿਹੜਾ ਉਹਦਾ ਕਤਲ ਹੋਇਆ, ਚਾਕੂ ਮਾਰ ਕੇ ਕਤਲ ਕੀਤਾ ਗਿਆ, ਸੋ ਉਹਨੂੰ ਹੇਟ ਕ੍ਰਾਈਮ ਦੇ ਵਜੋਂ ਦੇਖਿਆ ਜਾ ਰਿਹਾ। ਸੰਭਾਵਨਾ ਇਹੀ ਹੈ ਕਿ ਹੇਟ ਕ੍ਰਾਈਮ ਦਾ ਇਹ ਮਾਮਲਾ ਆ। ਸੋ ਉਸ ਤੋਂ ਬਾਅਦ ਜਿੱਥੇ ਪਹਿਲਾਂ ਤਾਂ ਜਿਹੜੇ ਉੱਥੇ ਉਹਦੇ ਦੋਸਤ ਸੀ ਉਹਨਾਂ ਨੇ ਬੜੀ ਚਿੰਤਾ ਜ਼ਾਹਰ ਕੀਤੀ, ਦੁੱਖ ਵੀ ਪ੍ਰਗਟ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਵੀ ਖਤਰਾ ਮਹਿਸੂਸ ਹੋ ਰਿਹਾ, ਅਸੀਂ ਸੇਫ ਜਿਹੜਾ ਫੀਲ ਉੱਥੇ ਨਹੀਂ ਕਰ ਰਹੇ। ਹੁਣ ਵੱਖ-ਵੱਖ ਵੱਡੇ ਸਿਆਸਤਦਾਨ ਤੇ ਵੱਖ-ਵੱਖ ਵੱਡੀਆਂ ਸਮਾਜਿਕ ਹਸਤੀਆਂ ਅੱਗੇ ਆਈਆਂ ਨੇ। ਸ਼ੁਰੂਆਤ ਰਵੀ ਸਿੰਘ ਹੁਣਾਂ ਤੋਂ ਕਰ ਲੈਂਦੇ ਆ। ਖਾਲਸਾ ਏਡ ਵਾਲੇ ਰਵੀ ਸਿੰਘ ਹੁਣਾਂ ਨੇ ਟਵੀਟ ਕਰਕੇ ਤੇ ਦੁੱਖ ਦਾ ਇਜ਼ਹਾਰ ਕੀਤਾ, ਵੀ ਕਿਹਾ ਕਿ ਇਹ ਇਸ ਤਰੀਕੇ ਦਾ ਹੇਟ ਕ੍ਰਾਈਮ ਨਹੀਂ ਹੋਣਾ ਚਾਹੀਦਾ। ਪ੍ਰਭਮੀਤ ਸਰਕਾਰੀਆ ਨੇ ਜਿਹੜੇ ਅੰਟਾਰੀਓ ਸਰਕਾਰ 'ਚ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਇਸ ਦੀ ਨਿਖੇਧੀ ਕੀਤੀ, ਉਹਨਾਂ ਨੇ ਹੇਟ ਕ੍ਰਾਈਮ ਦੱਸਿਆ ਇਹਨੂੰ। ਦੂਜੇ ਪਾਸੇ ਸੋਨੀਆ ਸਿੱਧੂ ਜਿਹੜੇ ਲਿਬਰਲ MP ਨੇ, ਦੁਬਾਰਾ ਮੈਦਾਨ 'ਚ ਨੇ ਬਰੈਂਪਟਨ ਤੋਂ, ਉਹਨਾਂ ਨੇ ਨਿਖੇਧੀ ਕੀਤੀ ਆ। ਸੋ ਹੋਰ ਵੀ ਬਹੁਤ ਸਾਰੇ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਦੇ ਨਾਮ ਰਹਿ ਗਏ ਹੋਣਗੇ, ਮੈਂਬਰ ਪਾਰਲੀਮੈਂਟ ਨੇ ਜੋ ਇਸ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਸਾਰਿਆਂ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਆ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਆ। ਸੋ ਦੇਖਦੇ ਆ ਕਿ ਜਾਂਚ ਕੀ ਸਾਹਮਣੇ ਆਉਂਦਾ ਆ, ਪਰ ਇੰਨਾ ਜ਼ਰੂਰ ਹੈ ਕਿ ਘਟਨਾ ਜਿਹੜੀ ਆ ਉਹ ਬਹੁਤ ਮਾੜੀ ਸੀਗੀ ਤੇ ਬਹੁਤ ਜਿਹੜਾ ਭਾਈਚਾਰੇ ਨਾਲ ਸੋਗ ਮਨਾਇਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਰਵਾਂਗੇ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ, ਖਾਸ ਤੌਰ ਦੇ ਉੱਪਰ ਜੋ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਨਾਲ ਸੰਬੰਧਿਤ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਅਸੀਂ ਸਾਂਝੀ ਕਰਦੇ ਰਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਬਾਕੀ ਖਬਰਾਂ ਦੇ ਲਈ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।